ਹੈਲੋ एवरीवन ਵੈਲਕਮ ਟੂ ਸਟ੍ਰੀ ਸ਼ੌਕਟਸ ਹੇਅਰ ਸਟੱਡੀ ਬਿਕਮਸ ਈਜ਼ੀਅਰ। ਤਾਂ ਆਪਾਂ ਪਹੁੰਚ ਚੁੱਕੇ ਹਾਂ ਜੀ ਪੰਜਾਬੀ ਵਿਆਕਰਨ ਦੀ ਚੌਥੇ ਲੈਕਚਰ ਦੇ ਵਿੱਚ, ਜਿੱਥੇ ਆਪਾਂ ਗੱਲ ਕਰਨ ਵਾਲੇ ਹਾਂ ਅੱਜ ਭਾਸ਼ਾ ਦੀ ਲੋੜ ਅਤੇ ਮਹੱਤਵ। ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਪੰਜਾਬੀ ਵਿਆਕਰਨ ਦੀ ਆਪਾਂ ਇੱਕ ਸੀਰੀਜ਼ ਸ਼ੁਰੂ ਕੀਤੀ ਹੈ, ਜਿਹਦੇ ਵਿੱਚ ਆਪਾਂ ਪੰਜਾਬੀ ਵਿਆਕਰਨ ਦੇ ਰਿਲੇਟਡ ਕੁਝ ਕਨਸੈਪਟਸ ਦੀ ਜਿਹੜੀ ਹੈ ਵੀਡੀਓ ਲਗਾਤਾਰ ਹੁਣ ਪਾ ਰਹੇ ਹਾਂ। ਇਹ ਵੀਡੀਓਜ਼ ਜਿਹੜੀਆਂ ਨੇ ਆਲ ਪੰਜਾਬ ਗਵਰਨਮੈਂਟ ਐਗਜ਼ਾਮਸ ਲਈ PS ਟੈਟ ਸੀ ਟੈਟ ਐਗਜ਼ਾਮ ਜਿਹੜਾ ETT ਦਾ ਹੈ, ਮਾਸਟਰ ਕੈਡਰ ਦਾ ਹੈ, ਜਿੱਥੇ ਪੰਜਾਬੀ ਵਿਆਕਰਨ ਆਉਂਦੀ ਹੈ, ਪਟਵਾਰੀ ਦਾ ਐਗਜ਼ਾਮ ਹੈ, ਜਾਂ ਇਸ ਤੋਂ ਇਲਾਵਾ ਜਿੰਨੇ ਵੀ ਪੰਜਾਬ ਗਵਰਨਮੈਂਟ ਦੇ ਕੰਪੀਟੀਟਿਵ ਐਗਜ਼ਾਮਸ ਹੈ ਤਾਂ ਉੱਥੇ ਉਹਨਾਂ ਲਈ ਜਿਹੜੀ ਇਹ ਯੂਜ਼ਫੁਲ ਰਹਿਣ ਵਾਲੀਆਂ ਨੇ ਵੀਡੀਓਜ਼। ਤਾਂ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ, ਅਤੇ ਨਾਲ ਹੀ ਅਗਰ ਤੁਹਾਡਾ ਕੋਈ ਫਰੈਂਡ ਜਾਂ ਜਾਣ ਪਛਾਣ ਦੇ ਵਿੱਚ ਪੰਜਾਬ ਗਵਰਨਮੈਂਟ ਐਗਜ਼ਾਮਸ ਦੀ ਤਿਆਰੀ ਕਰ ਰਹੇ ਆ ਤਾਂ ਉਹਨਾਂ ਨੂੰ ਪੰਜਾਬੀ ਵਿਆਕਰਨ ਦੀਆਂ ਇਹ ਵੀਡੀਓਜ਼ ਜਿਹੜੀਆਂ ਜ਼ਰੂਰ ਸ਼ੇਅਰ ਕਰਿਆ ਕਰੋ, ਤਾਂ ਕਿ ਸਭ ਤੱਕ ਜਿਹੜੀ ਯੂਜ਼ਫੁਲ ਇਨਫੋਰਮੇਸ਼ਨ ਆ ਉਹ ਪਹੁੰਚ ਸਕੇ। ਤਾਂ ਸ਼ੁਰੂ ਕਰਦੇ ਹਾਂ ਜੀ ਆਪਣੀ ਵੀਡੀਓ, ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਭਾਸ਼ਾ ਦੀ ਲੋੜ ਅਤੇ ਮਹੱਤਵ ਬਾਰੇ। ਹਾਂਜੀ, ਤਾਂ ਹੁਣ ਆਪਾਂ ਪੜ੍ਹਦੇ ਹਾਂ ਭਾਸ਼ਾ ਦੀ ਲੋੜ ਅਤੇ ਜ਼ਰੂਰਤ ਬਾਰੇ। ਭਾਸ਼ਾ ਦੀ ਲੋੜ ਕਿਉਂ ਹੈ, ਉਸਦੀ ਜ਼ਰੂਰਤ ਕਿਉਂ ਹੈ, ਕਿਉਂ ਭਾਸ਼ਾ ਦੀ ਜ਼ਰੂਰਤ ਹੈ ਇੱਕ ਸਮਾਜ ਦੇ ਵਿੱਚ, ਤਾਂ ਉਹਦੀਆਂ ਜ਼ਰੂਰਤਾਂ ਬਾਰੇ ਆਪਾਂ ਕੁਝ ਪੁਆਇੰਟਸ ਜਿਹੜੇ ਹੁਣ ਆਪਾਂ ਇੱਥੇ ਪੜ੍ਹਨ ਲੱਗੇ ਹਾਂ। ਸਭ ਤੋਂ ਪਹਿਲਾ ਪੁਆਇੰਟ ਆਪਣੇ ਕੋਲ ਹੈ ਵਿਚਾਰਾਂ ਦੇ ਆਦਾਨ ਪ੍ਰਦਾਨ ਦਾ ਸਾਧਨ ਹੈ। ਤਾਂ ਵਿਚਾਰਾਂ ਦੇ ਆਦਾਨ ਪ੍ਰਦਾਨ ਦੇ ਸਾਧਨ ਵਜੋਂ ਜਿਹੜਾ ਆਪਾਂ ਭਾਸ਼ਾ ਨੂੰ ਯੂਜ਼ ਕਰਦੇ ਹਾਂ, ਭਾਸ਼ਾ ਨੂੰ ਵਰਤਦੇ ਹਾਂ, ਕਿਉਂਕਿ ਜੇ ਅਸੀਂ ਆਪਣੇ ਵਿਚਾਰ ਜਾਂ ਆਪਣੀ ਜ਼ਰੂਰਤ ਜਿਹੜੀ ਹੈਗੀ ਉਹ ਇੱਕ ਪਰਸਨ ਦੂਸਰੇ ਪਰਸਨ ਤੱਕ ਪਹੁੰਚਾਉਣੀ ਹੈ ਸਮਾਜ ਦੇ ਵਿੱਚ ਰਹਿੰਦਿਆਂ ਹੋਇਆਂ, ਕਿਉਂਕਿ ਹਰ ਇੱਕ ਮਨੁੱਖ ਜਿਹੜਾ ਸਮਾਜ ਦੇ ਵਿੱਚ ਆਪਣੀ ਜ਼ਰੂਰਤਾਂ ਲਈ ਦੂਜਿਆਂ 'ਤੇ ਨਿਰਭਰ ਕਰਦਾ ਹੈ। ਤਾਂ ਉਹ ਪਹੁੰਚਾਉਣ ਲਈ ਕਿਹੜੀ ਚੀਜ਼ ਦੀ ਸਾਨੂੰ ਜ਼ਰੂਰਤ ਪੈਂਦੀ ਹੈ, ਕਿਹੜੀ ਚੀਜ਼ ਜਿਹੜੀ ਹੈਗੀ ਆ ਉਹ ਮਾਧਿਅਮ ਦਾ ਕੰਮ ਕਰਦੀ ਹੈ, ਅਤੇ ਉਹ ਹੈਗੀ ਹੈ ਜੀ ਭਾਸ਼ਾ। ਤਾਂ ਭਾਸ਼ਾ ਜਿਹੜੀ ਹੈ ਉਹ ਵਿਚਾਰਾਂ ਦੇ ਆਦਾਨ ਪ੍ਰਦਾਨ ਦਾ ਸਾਧਨ ਹੈ। ਦੂਸਰਾ ਪੁਆਇੰਟ ਇੱਥੇ ਆ ਜਾਂਦਾ ਹੈ ਕਿ ਮਨੁੱਖ ਦਾ ਵਿਕਾਸ ਲਈ ਸਭ ਤੋਂ ਇੰਪੋਰਟੈਂਟ ਪੁਆਇੰਟ ਵੀ ਇਹੀ ਹੈ ਜੀ, ਭਾਸ਼ਾ ਜਿਹੜੀ ਹੈ ਉਹ ਮਨੁੱਖ ਦਾ ਵਿਕਾਸ ਕਰਦੀ ਹੈ, ਯਾਨੀ ਕਿ ਭਾਸ਼ਾ ਮਨੁੱਖ ਨੂੰ ਵਿਕਸਿਤ ਕਰਦੀ ਹੈ। ਦੇਖੋ, ਪਹਿਲਾਂ ਜਿਹੜਾ ਮਨੁੱਖ ਸੀ ਉਹ ਇੱਕ ਆਪਾਂ ਸਮਝਦੇ ਹਾਂ ਕਿ ਜੰਗਲਾਂ ਦੇ ਵਿੱਚ ਰਹਿਣ ਵਾਲਾ ਮਨੁੱਖ ਸੀ, ਜਿਸ ਨੂੰ ਕੁਝ ਚੀਜ਼ ਦਾ ਪਤਾ ਨਹੀਂ ਸੀ, ਲੇਕਿਨ ਹੌਲੀ ਹੌਲੀ ਭਾਸ਼ਾ ਜਿਵੇਂ ਡਿਵੈਲਪ ਹੁੰਦੀ ਗਈ, ਉਸੇ ਤਰ੍ਹਾਂ ਭਾਸ਼ਾ ਨੇ ਮਨੁੱਖ ਦਾ ਵਿਕਾਸ ਵੀ ਕੀਤਾ ਹੈ। ਭਾਸ਼ਾ ਜਿਹੜਾ ਹੈ ਉਹ ਮਨੁੱਖ ਦਾ ਵਿਕਾਸ ਕਰਦੀ ਹੈ, ਮਨੁੱਖ ਨੂੰ ਮਨੁੱਖ ਬਣਾਉਂਦੀ ਹੈ, ਅਤੇ ਉਹਨੂੰ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ, ਵਿਚਾਰਾਂ ਦੇ ਆਦਾਨ ਪ੍ਰਦਾਨ ਕਰਨ ਲਈ, ਸਮਾਜ ਵਿੱਚ ਰਹਿਣ ਦੇ ਯੋਗ ਜਿਹੜੀ ਆ ਉਹ ਬਣਾਉਂਦੀ ਹੈ। ਤਾਂ ਭਾਸ਼ਾ ਦੀ ਜ਼ਰੂਰਤ ਆਪਣੇ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨ ਲਈ ਵੀ ਹੈ, ਮਨੁੱਖ ਦਾ ਵਿਕਾਸ ਕਰਨ ਲਈ ਵੀ ਜਿਹੜੀ ਭਾਸ਼ਾ ਦੀ ਉਹ ਜ਼ਰੂਰਤ ਹੈ। ਤੀਸਰਾ ਪੁਆਇੰਟ ਇੱਥੇ ਆ ਜਾਂਦਾ ਹੈ ਸਮਾਜ ਲਈ ਵਿੱਚ ਏਕਤਾ ਦੇ ਲਈ। ਬਿਲਕੁਲ, ਸਮਾਜ ਦੇ ਵਿੱਚ ਏਕਤਾ ਜਿਹੜੀ ਹੈ ਉਹ ਕਿਸ ਦੇ ਰਾਹੀਂ ਬਣੀ ਰਹਿੰਦੀ ਹੈ, ਉਹ ਭਾਸ਼ਾ ਦੇ ਰਾਹੀਂ ਬਣੀ ਰਹਿੰਦੀ ਹੈ। ਜਿਵੇਂ ਆਪਾਂ ਗੱਲ ਕਰ ਲਈਏ ਭਾਰਤ ਦੇਸ਼ ਦੀ, ਭਾਰਤ ਦੇਸ਼ ਦੇ ਵਿੱਚ ਬਹੁਤ ਸਾਰੀਆਂ ਭਾਸ਼ਾਵਾਂ ਨੇ, ਤਾਂ ਜਿਸ ਇਲਾਕੇ ਦੀ ਭਾਸ਼ਾ ਸੇਮ ਹੈਗੀ ਹੈ, ਉਹ ਲੋਕ ਜਿਹੜੇ ਹੈਗੇ ਨੇ ਆਪਸ ਦੇ ਵਿੱਚ ਇੱਕ ਸੰਗਠਨ ਦੇ ਰੂਪ ਵਿੱਚ, ਇੱਕ ਏਕਤਾ ਦੇ ਰੂਪ ਵਿੱਚ ਜਿਹੜੇ ਹੈ ਉਹ ਰਹਿੰਦੇ ਨੇ। ਅਤੇ ਪੂਰੇ ਇੰਡੀਆ ਦੇ ਵਿੱਚ ਜਿਹੜੀ ਮੋਸਟ ਜਿਹੜੀ ਹੈਗੀ ਹੈ ਸਮਝੀ ਜਾਣ ਵਾਲੀ ਜਿਹੜੀ ਭਾਸ਼ਾ ਹੈਗੀ ਹੈ, ਉਹ ਜਿਹੜੇ ਸਾਰੇ ਹੀ ਸਟੇਟ ਦੇ ਲੋਕ ਸਮਝ ਲੈਂਦੇ ਨੇ, ਉਹ ਹੈਗੀ ਹੈ ਹਿੰਦੀ। ਤਾਂ ਭਾਸ਼ਾ ਜਿਹੜੀ ਹੈਗੀ ਹੈ ਇੱਕ ਸਮਾਜ ਨੂੰ, ਇੱਕ ਪੂਰੇ ਦੇਸ਼ ਨੂੰ ਜਿਹੜੀ ਹੈਗੀ ਹੈ ਉਹ ਏਕਤਾ ਦੇ ਵਿੱਚ ਇਕੱਠਾ ਕਰਕੇ ਬੰਨ੍ਹ ਕੇ ਰੱਖਦੀ ਹੈ। ਤਾਂ ਜਿਹੜੀ ਭਾਸ਼ਾ ਹੈ ਉਹ ਸਮਾਜ ਵਿੱਚ ਏਕਤਾ ਦੇ ਲਈ ਬਹੁਤ ਬਹੁਤ ਜ਼ਰੂਰੀ ਹੈ। ਅਗਰ ਭਾਸ਼ਾ ਨਹੀਂ ਹੋਏਗੀ ਤਾਂ ਸਮਾਜ ਦੇ ਵਿੱਚ ਏਕਤਾ ਵੀ ਜਿਹੜੀ ਹੈ ਉਹ ਨਹੀਂ ਹੋਏਗੀ। ਤਾਂ ਸਮਾਜ ਦੇ ਵਿੱਚ ਏਕਤਾ ਹੋਣਾ ਵੀ ਬਹੁਤ ਜ਼ਰੂਰੀ ਹੈ, ਅਤੇ ਏਕਤਾ ਦੇ ਲਈ ਭਾਸ਼ਾ ਬਹੁਤ ਜ਼ਰੂਰੀ ਹੈ। ਉਸ ਤੋਂ ਬਾਅਦ ਆਪਣੇ ਪਾਸ ਫੋਰਥ ਪੁਆਇੰਟ ਆ ਜਾਂਦਾ ਹੈ ਸੱਭਿਅਤਾ ਅਤੇ ਸੰਸਕ੍ਰਿਤੀ ਨੂੰ ਸੰਭਾਲਣ ਅਤੇ ਪੀੜ੍ਹੀ ਦਰ ਪੀੜ੍ਹੀ ਅੱਗੇ ਲੈ ਕੇ ਜਾਣ ਲਈ। ਬਿਲਕੁਲ, ਸਾਡੀ ਜੋ ਸੱਭਿਅਤਾ ਹੈ, ਸਾਡੀ ਜੋ ਸੰਸਕ੍ਰਿਤੀ ਹੈ, ਸਾਡੇ ਸੰਸਕਾਰ ਹੈ, ਸਾਡੇ ਰਸਮ ਰਿਵਾਜ ਹੈ, ਉਹਨੂੰ ਸੰਭਾਲ ਕੇ ਰੱਖਣਾ, ਯਾਨੀ ਕਿ ਉਹ ਖਤਮ ਨਾ ਹੋ ਜਾਣ, ਉਹ ਜਿਹੜੀ ਹੈ ਉਜੜ ਨਾ ਜਾਵੇ। ਆਪਣੀ ਸੱਭਿਅਤਾ ਨੂੰ ਸੰਭਾਲ ਕੇ ਰੱਖਣਾ, ਆਪਣੀ ਸੰਸਕ੍ਰਿਤੀ ਨੂੰ ਸੰਭਾਲ ਕੇ ਰੱਖਣਾ, ਉਹ ਕਿਸ ਰਾਹੀਂ ਰੱਖਿਆ ਜਾ ਸਕਦਾ ਹੈ? ਉਹ ਭਾਸ਼ਾ ਦੇ ਰਾਹੀਂ ਹੀ ਰੱਖਿਆ ਜਾ ਸਕਦਾ ਹੈ। ਭਾਸ਼ਾ ਦੇ ਰਾਹੀਂ ਹੀ ਉਸਨੂੰ ਲਿਖਿਤ ਰੂਪ ਦੇ ਵਿੱਚ, ਜਾਂ ਲੋਕ ਗੀਤਾਂ ਦੇ ਰਾਹੀਂ, ਲੋਕ ਬੋਲੀਆਂ ਦੇ ਰਾਹੀਂ ਅਸੀਂ ਮੌਖਿਕ ਰੂਪ ਦੇ ਵਿੱਚ ਉਸਨੂੰ ਪੀੜ੍ਹੀ ਦਰ ਪੀੜ੍ਹੀ ਜਿਹੜੀ ਆ ਅੱਗੇ ਲੈ ਕੇ ਜਾ ਸਕਦੇ ਹਾਂ। ਅਤੇ ਇਸ ਤਰ੍ਹਾਂ ਅਸੀਂ ਆਪਣੀ ਸੱਭਿਅਤਾ ਇੱਕ ਪੀੜ੍ਹੀ ਤੋਂ ਦੂਸਰੀ ਪੀੜ੍ਹੀ ਦੇ ਵਿੱਚ ਜਿਹੜੀ ਆ ਉਹ ਟਰਾਂਸਫਰ ਕਰ ਸਕਦੇ ਆ, ਜਿਸ ਨਾਲ ਸੱਭਿਅਤਾ ਦਾ ਜਿਹੜਾ ਉਹ ਨਾਸ਼ ਨਹੀਂ ਹੁੰਦਾ, ਸੰਸਕ੍ਰਿਤੀ ਦੀ ਨਾਸ਼ ਨਹੀਂ ਹੁੰਦਾ। ਤਾਂ ਸੱਭਿਅਤਾ ਔਰ ਸੰਸਕ੍ਰਿਤੀ ਨੂੰ ਬਚਾਉਣ ਵਾਸਤੇ ਵੀ ਭਾਸ਼ਾ ਦੀ ਬਹੁਤ ਜ਼ਰੂਰਤ ਹੈ, ਬਹੁਤ ਲੋੜ ਹੈ। ਉਸ ਤੋਂ ਬਾਅਦ ਸਾਡੇ ਪਾਸ ਫਿਫਥ ਪੁਆਇੰਟ ਆ ਜਾਂਦਾ ਹੈ ਗਿਆਨ ਨੂੰ ਸੰਭਾਲਣ ਲਈ। ਬਿਲਕੁਲ, ਜਿੱਥੇ ਸੱਭਿਅਤਾ ਔਰ ਸੰਸਕ੍ਰਿਤੀ ਦੀ ਅਸੀਂ ਗੱਲ ਕੀਤੀ ਹੈ, ਉੱਥੇ ਗਿਆਨ ਵੀ ਜਿਹੜਾ ਹੈ, ਸਾਡਾ ਸਿੱਖਿਆ ਹੋਇਆ ਗਿਆਨ, ਸਾਡੇ ਐਕਸਪੀਰੀਅੰਸ ਜਿਹੜੇ ਹੁੰਦੇ ਨੇ, ਉਹ ਅਗਰ ਇੱਕ ਪਰਸਨ ਦੂਸਰੇ ਆਪਣੀ ਪੀੜ੍ਹੀ ਦਰ ਪੀੜ੍ਹੀ ਅੱਗੇ ਪਹੁੰਚਾਉਣਾ ਚਾਹੁੰਦਾ ਹੈ, ਉਹਨੂੰ ਸੰਭਾਲ ਕੇ ਰੱਖਣਾ ਚਾਹੁੰਦਾ ਹੈ, ਤਾਂ ਕਿ ਆਉਣ ਵਾਲੀ ਪੀੜ੍ਹੀਆਂ ਤੋਂ, ਉਸ ਤੋਂ ਆਉਣ ਵਾਲੀ ਅੱਗੇ ਹੋਰ ਕਈ ਪੀੜ੍ਹੀਆਂ ਤੱਕ ਉਹ ਗਿਆਨ ਜਿਹੜਾ ਹੈ, ਉਹ ਐਕਸਪੀਰੀਅੰਸ ਜਿਹੜਾ ਹੈ ਉਹ ਪਹੁੰਚ ਸਕੇ। ਤਾਂ ਉਹ ਕਿਸ ਰੂਪ ਦੇ ਵਿੱਚ ਸੰਭਾਲ ਕੇ ਰੱਖਿਆ ਜਾ ਸਕਦਾ ਹੈ? ਭਾਸ਼ਾ ਦੀ ਮਦਦ ਨਾਲ ਹੀ ਜਿਹੜਾ ਹੈ ਉਹ ਸੰਭਾਲ ਕੇ ਰੱਖਿਆ ਜਾ ਸਕਦਾ ਹੈ। ਤਾਂ ਗਿਆਨ ਨੂੰ ਸੰਭਾਲਣ ਲਈ ਵੀ ਭਾਸ਼ਾ ਦੀ ਜਿਹੜੀ ਹੈ ਬਹੁਤ ਜ਼ਰੂਰਤ ਹੈ। ਉਸ ਤੋਂ ਬਾਅਦ 6ਵਾਂ ਪੁਆਇੰਟ ਆਪਣੇ ਕੋਲ ਆ ਜਾਂਦਾ ਹੈ ਜੀ ਸਿੱਖਿਆ ਲੈਣ ਲਈ। ਬਿਲਕੁਲ, ਸਿੱਖਿਆ ਲੈਣ ਲਈ ਕੋਈ ਵੀ ਚੀਜ਼ ਸਿੱਖਣੀ ਹੈ ਤਾਂ ਅਸੀਂ ਕਿਸ ਦੇ ਰਾਹੀਂ ਸਿੱਖਦੇ ਹਾਂ? ਅਸੀਂ ਭਾਸ਼ਾ ਦੇ ਰਾਹੀਂ ਸਿੱਖਦੇ ਹਾਂ। ਚਾਹੇ ਅਸੀਂ ਪਰਿਵਾਰ ਦੇ ਵਿੱਚ ਕੋਈ ਚੀਜ਼ ਸਿੱਖਣੀ ਹੈ, ਚਾਹੇ ਅਸੀਂ ਸਕੂਲ ਦੇ ਵਿੱਚ ਜਾ ਕੇ ਕੋਈ ਚੀਜ਼ ਸਿੱਖਣੀ ਹੈ, ਜਾਂ ਫਿਰ ਅਸੀਂ ਆਪਣੇ ਦੇਸ਼ ਦੇ ਵਿੱਚ ਕੋਈ ਚੀਜ਼ ਸਿੱਖਣੀ ਹੈ, ਜਾਂ ਫਿਰ ਕਿਸੇ ਹੋਰ ਦੇਸ਼ ਦੇ ਵਿੱਚ ਜਾ ਕੇ ਕੋਈ ਹੋਰ ਚੀਜ਼ ਸਿੱਖਣੀ ਹੈ, ਤਾਂ ਅਸੀਂ, ਜਿਵੇਂ ਆਪਾਂ ਨੂੰ ਪਤਾ ਵਿਦੇਸ਼ ਦੇ ਵਿੱਚ ਆਪਾਂ ਕਈ ਇੱਥੋਂ ਜਿਹੜੇ ਸਟੂਡੈਂਟਸ ਆ ਉਹ ਵਿਦੇਸ਼ ਦੇ ਵਿੱਚ ਜਾ ਕੇ ਸਟੱਡੀ ਕਰਦੇ ਆ, ਤਾਂ ਉੱਥੇ ਸਟੱਡੀ ਉਹ ਕਿਹੜੀ ਚੀਜ਼ 'ਚ ਕਰਦੇ ਆ? ਉਹਨਾਂ ਦੀ ਭਾਸ਼ਾ ਦੇ ਵਿੱਚ ਕਰਦੇ ਆ। ਤਾਂ ਉਹਨਾਂ ਦਾ ਭਾਸ਼ਾ ਦਾ ਗਿਆਨ ਜਿਹੜਾ ਸਿੱਖਿਆ ਲੈਣ ਲਈ ਬਹੁਤ ਜ਼ਰੂਰੀ ਹੈ। ਅਗਰ ਸਾਨੂੰ ਉਹਨਾਂ ਦੀ ਭਾਸ਼ਾ ਨਹੀਂ ਆਉਂਦੀ ਹੋਏਗੀ ਤਾਂ ਉੱਥੋਂ ਜਾ ਕੇ ਉਸ ਕੋਰਸ ਦਾ ਜੋ ਵੀ ਉੱਥੇ ਆਪਾਂ ਸਿੱਖਣ ਗਏ ਹਾਂ, ਜੋ ਵੀ ਚੀਜ਼ ਆਪਾਂ ਉੱਥੇ ਸਿੱਖਣ ਗਏ ਹਾਂ, ਤਾਂ ਉਹ
ਸਿੱਖਿਆ ਅਸੀਂ ਨਹੀਂ ਲੈ ਸਕਾਂਗੇ। ਤਾਂ ਸਿੱਖਿਆ ਲੈਣ ਲਈ ਜਿਹੜੀ ਹੈਗੀ ਹੈ ਭਾਸ਼ਾ ਦੀ ਬਹੁਤ ਲੋੜ ਹੈ। ਸਿੱਖਿਆ ਕਿਸੇ ਕੋਰਸ ਦੀ ਵੀ ਹੋ ਸਕਦੀ ਹੈ, ਕਿਸੇ ਵੀ ਚੀਜ਼ ਦੀ, ਕੋਈ ਵੀ ਗਿਆਨ ਅਗਰ ਅਸੀਂ ਲੈਣਾ ਹੈ ਤਾਂ ਭਾਸ਼ਾ ਦੇ ਰਾਹੀਂ ਹੀ ਇੱਕ ਪਰਸਨ ਦੂਸਰੇ ਪਰਸਨ ਨੂੰ ਦੇ ਸਕਦਾ ਹੈ। ਚਾਹੇ ਉਹ ਆਪਣੇ ਹੱਕਾਂ ਦੀ ਜਿਹੜਾ ਹੈ ਗਿਆਨ ਹੋਵੇ, ਚਾਹੇ ਆਪਣੀ ਡਿਊਟੀਜ਼ ਦਾ ਗਿਆਨ ਹੋਵੇ, ਕੋਈ ਵੀ ਗਿਆਨ ਹੈਗਾ ਤਾਂ ਉਹ ਸਾਨੂੰ ਕਿਸ ਦੇ ਰਾਹੀਂ ਮਿਲਦਾ ਹੈ, ਉਹ ਸਾਨੂੰ ਭਾਸ਼ਾ ਦੇ ਰਾਹੀਂ ਹੀ ਮਿਲਦਾ ਹੈ। ਤਾਂ ਸਿੱਖਿਆ ਲੈਣ ਲਈ, ਸਿੱਖਿਆ ਹੋਇਆ ਚੀਜ਼ ਨੂੰ, ਗਿਆਨ ਨੂੰ ਸੰਭਾਲਣ ਲਈ, ਸਾਡੀ ਸੱਭਿਅਤਾ ਤੇ ਸੰਸਕ੍ਰਿਤੀ ਨੂੰ ਸੰਭਾਲਣ ਲਈ, ਪੀੜ੍ਹੀ ਦਰ ਪੀੜ੍ਹੀ ਅੱਗੇ ਪਹੁੰਚਾਉਣ ਲਈ ਕਿਸ ਚੀਜ਼ ਦੀ ਸਭ ਤੋਂ ਵੱਧ ਜ਼ਰੂਰਤ ਹੈ ਜੀ? ਭਾਸ਼ਾ, ਕਿਉਂਕਿ ਭਾਸ਼ਾ ਹੀ ਇਹਨਾਂ ਸਾਰਿਆਂ ਦਾ ਮਾਧਿਅਮ ਬਣਦੀ ਹੈ। ਉਸ ਤੋਂ ਬਾਅਦ ਸਾਡੇ ਪਾਸ ਆ ਜਾਂਦਾ ਹੈ ਜੀ 7th ਪੁਆਇੰਟ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਬੰਧਾਂ ਲਈ। ਬਿਲਕੁਲ, ਅੰਤਰਰਾਸ਼ਟਰੀ ਅਤੇ ਜਿਹੜੇ ਸੰਬੰਧ ਹੈਗੇ ਆ, ਯਾਨੀ ਕਿ ਸਾਡੇ ਦੂਜੇ ਦੇਸ਼ਾਂ ਨਾਲ ਜੋ ਸੰਬੰਧ ਹੈਗੇ ਆ, ਉਹ ਕਿਸ ਤਰ੍ਹਾਂ ਜਿਹੜੇ ਆ ਸੰਭਾਲੇ ਜਾ ਸਕਦੇ ਆ, ਵਧੀਆ ਬਣਾਏ ਜਾ ਸਕਦੇ ਆ। ਉਹ ਕਿਸ ਨਾਲ ਬਣਾਏ ਜਾ ਸਕਦੇ ਆ? ਭਾਸ਼ਾ ਦੇ ਰਾਹੀਂ, ਕਿਉਂਕਿ ਭਾਸ਼ਾ ਦੇ ਰਾਹੀਂ ਹੀ ਅਸੀਂ ਆਪਣੀ ਸਦਵਿਚਾਰ ਜਿਹੜੇ ਹੈਗੇ ਆ ਉਹ ਇੱਕ ਦੇਸ਼ ਦੇ ਲੋਕ ਦੂਸਰੇ ਦੇਸ਼ਾਂ ਤੱਕ ਜਿਹੜੇ ਆ ਉਹ ਪਹੁੰਚਾਉਂਦੇ ਆ। ਜਿਵੇਂ ਆਪਾਂ ਇੱਥੇ ਸਿੱਖਿਆ ਲੈਣ ਦੀ ਗੱਲ ਕਰ ਲਈਏ ਤਾਂ ਦੂਜੇ ਦੇਸ਼ਾਂ ਦੇ ਵਿੱਚ ਜਾ ਕੇ ਜੋ ਸਟੂਡੈਂਟਸ ਸਿੱਖਿਆ ਲੈਂਦੇ ਆ ਤਾਂ ਉਹ ਵੀ ਇੱਕ ਤਰੀਕੇ ਨਾਲ ਅੰਤਰਰਾਸ਼ਟਰੀ ਸੰਬੰਧ ਬਣਾਉਣ ਦਾ ਹੀ ਇੱਕ ਤਰੀਕਾ ਹੈ। ਅਤੇ ਉਹ ਕਿਸ ਤਰੀਕੇ ਨਾਲ, ਕਿਸ ਚੀਜ਼ ਨਾਲ ਜਿਹੜਾ ਸੰਭਵ ਹੋ ਸਕਦਾ ਹੈ, ਉਹ ਭਾਸ਼ਾ ਦੇ ਨਾਲ ਹੀ ਸੰਭਵ ਹੋ ਸਕਦਾ ਹੈ। ਤਾਂ ਭਾਸ਼ਾ ਦੀ ਆਪਣੇ ਮਨੁੱਖ ਦੇ ਵਿਕਾਸ ਲਈ, ਸਮਾਜ ਦੇ ਵਿਕਾਸ ਲਈ, ਸਮਾਜ ਵਿੱਚ ਏਕਤਾ ਦੇ ਲਈ, ਗਿਆਨ ਪ੍ਰਾਪਤ ਕਰਨ ਲਈ, ਸਿੱਖਿਆ ਪ੍ਰਾਪਤ ਕਰਨ ਲਈ, ਗਿਆਨ ਨੂੰ ਸੰਭਾਲ ਕੇ ਰੱਖਣ ਲਈ, ਸੱਭਿਅਤਾ ਤੇ ਸੰਸਕ੍ਰਿਤੀ ਨੂੰ ਸੰਭਾਲ ਕੇ ਤੇ ਪੀੜ੍ਹੀ ਦਰ ਪੀੜ੍ਹੀ ਅੱਗੇ ਲੈ ਕੇ ਜਾਣ ਲਈ ਸਭ ਤੋਂ ਵੱਧ ਜ਼ਰੂਰੀ ਚੀਜ਼ ਹੈ ਜੀ ਭਾਸ਼ਾ। ਇਸ ਤੋਂ ਬਾਅਦ ਸਭ ਤੋਂ ਆਖਰੀ ਪੁਆਇੰਟ ਜਿਹੜਾ ਸਭ ਤੋਂ ਮੇਨ ਪੁਆਇੰਟ ਹੈਗਾ ਉਹ ਆ ਜਾਂਦਾ ਹੈ ਮਨੁੱਖ ਨੂੰ ਪਸ਼ੂ ਤੋਂ ਮਨੁੱਖ ਬਣਾਉਣ ਲਈ ਭਾਸ਼ਾ ਜਿਹੜੀ ਆ ਬਹੁਤ ਜ਼ਰੂਰੀ ਹੈ। ਬਿਲਕੁਲ, ਜਦੋਂ ਆਪਾਂ ਇੱਥੇ ਮਨੁੱਖ ਦੇ ਵਿਕਾਸ ਦੀ ਗੱਲ ਕਰਦੇ ਹਾਂ ਤਾਂ ਇਹੀ ਗੱਲ ਕਰਦੇ ਹਾਂ ਕਿ ਮਨੁੱਖ ਜਿਹੜਾ ਹੈ ਜਦੋਂ ਉਹ ਜਨਮ ਲੈਂਦਾ ਤਾਂ ਉਹਨੂੰ ਕੋਈ ਭਾਸ਼ਾ ਨਹੀਂ ਆਉਂਦੀ ਹੁੰਦੀ, ਉਹਦੇ ਪਾਸ ਕੋਈ ਭਾਸ਼ਾ ਨਹੀਂ ਹੁੰਦੀ, ਕੋਈ ਐਸਾ ਤਰੀਕਾ ਨਹੀਂ ਹੁੰਦਾ ਜਿਸ ਨਾਲ ਉਹ ਆਪਣੀ ਬੋਲ ਕੇ ਜਾਂ ਲਿਖ ਕੇ ਆਪਣੀ ਜਿਹੜੀ ਆਪਣੇ ਵਿਚਾਰ ਹੈ ਜਾਂ ਆਪਣੀ ਜ਼ਰੂਰਤ ਹੈ ਉਹ ਦੂਸਰੇ ਤੱਕ ਪਹੁੰਚਾ ਸਕੇ। ਤਾਂ ਭਾਸ਼ਾ ਹੀ ਮਨੁੱਖ ਦਾ ਵਿਕਾਸ ਕਰਦੀ ਹੈ, ਉਸਨੂੰ ਪਸ਼ੂ ਤੋਂ ਮਨੁੱਖ ਬਣਾਉਂਦੀ ਹੈ। ਪਸ਼ੂ ਦਾ ਇੱਥੇ ਮਤਲਬ ਸੈਂਸ ਇਹ ਨਹੀਂ ਕਿ ਉਹ ਸੱਚਮੁੱਚ ਹੀ ਪਸ਼ੂ ਹੁੰਦਾ। ਪਸ਼ੂ ਦਾ ਮਤਲਬ ਇਹ ਹੈ ਕਿ ਜਿਵੇਂ ਪਸ਼ੂ ਕੋਲ ਕੋਈ ਭਾਸ਼ਾ ਨਹੀਂ ਹੁੰਦੀ। ਤੁਸੀਂ ਦੇਖੋ ਭਾਸ਼ਾ ਦਾ ਜਿਹੜਾ ਆਪਾਂ ਕਹਿੰਦੇ ਵਡਮੁੱਲਾ ਜਿਹੜਾ ਵਰਦਾਨ ਹੈ ਉਹ ਕਿਸ ਨੂੰ ਦਿੱਤਾ ਗਿਆ? ਭਗਵਾਨ ਵੱਲੋਂ ਭਾਸ਼ਾ ਦਾ ਵਡਮੁੱਲਾ ਗਿਆਨ ਜਿਹੜਾ ਹੈਗਾ ਜਾਂ ਵਰਦਾਨ ਕਹਿ ਲਈਏ ਉਹ ਕਿਸ ਨੂੰ ਦਿੱਤਾ ਗਿਆ? ਉਹ ਮਨੁੱਖ ਨੂੰ ਹੀ ਦਿੱਤਾ ਗਿਆ, ਸਿਰਫ ਮਨੁੱਖ ਨੂੰ। ਕੋਈ ਵੀ ਪਸ਼ੂ ਜਿਹੜਾ ਹੈਗਾ ਉਹ ਆਪਣਾ ਮਨੁੱਖਾਂ ਦੀ ਤਰ੍ਹਾਂ ਬੋਲ ਕੇ, ਭਾਸ਼ਾ ਦੇ ਰਾਹੀਂ ਜਾਂ ਲਿਖ ਕੇ ਕਿਸੇ ਵੀ ਤਰੀਕੇ ਨਾਲ ਉਹ ਜਿਹੜੀ ਹੈ ਉਹ ਆਪਣੇ ਵਿਚਾਰ ਦਾ ਆਦਾਨ ਪ੍ਰਦਾਨ ਨਹੀਂ ਕਰਦੇ। ਹਾਂ, ਉਹਨਾਂ ਦੀ ਸੰਕੇਤਿਕ ਭਾਸ਼ਾ ਜ਼ਰੂਰ ਉਹਨਾਂ ਦੀ ਆਪਣੀ ਹੁੰਦੀ ਹੈ, ਅਲੱਗ-ਅਲੱਗ ਆਵਾਜ਼ਾਂ ਉਹਨਾਂ ਦੀਆਂ ਹੁੰਦੀਆਂ ਨੇ ਜਾਂ ਹੋਰ ਸੰਕੇਤਿਕ ਭਾਸ਼ਾ ਹੋ ਸਕਦੀ ਹੈ, ਲੇਕਿਨ ਆਪਣੀ ਤਰ੍ਹਾਂ ਜਿਹੜੀ ਭਾਸ਼ਾ ਮਨੁੱਖ ਬੋਲਦਾ ਹੈ, ਲਿਖਦਾ ਹੈ, ਅਤੇ ਇਹ ਭਾਸ਼ਾ ਦਾ ਗਿਆਨ ਜਿਹੜਾ ਸਿਰਫ ਮਨੁੱਖਾਂ ਨੂੰ ਹੀ ਦਿੱਤਾ ਗਿਆ। ਇਸੇ ਕਰਕੇ ਕਿਹਾ ਜਾਂਦਾ ਕਿ ਮਨੁੱਖ ਨੂੰ ਪਸ਼ੂ ਤੋਂ ਮਨੁੱਖ ਬਣਾਉਂਦਾ ਹੈ ਕੌਣ? ਭਾਸ਼ਾ। ਤਾਂ ਭਾਸ਼ਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈਗੀ ਜੀ ਇੱਕ ਸਾਡੇ ਸਮਾਜ ਲਈ, ਵਿਕਸਿਤ ਸਮਾਜ ਲਈ, ਸਮਾਜ ਨੂੰ ਵਿਕਸਿਤ ਕਰਨ ਲਈ, ਮਨੁੱਖ ਨੂੰ ਵਿਕਸਿਤ ਕਰਨ ਲਈ, ਵਿਚਾਰਾਂ ਦੇ ਆਦਾਨ ਪ੍ਰਦਾਨ ਕਰਨ ਲਈ ਅਤੇ ਗਿਆਨ ਪ੍ਰਾਪਤ ਕਰਨ ਲਈ, ਅਤੇ ਗਿਆਨ ਨੂੰ, ਸੱਭਿਅਤਾ ਨੂੰ, ਸੰਸਕ੍ਰਿਤੀ ਨੂੰ ਸੰਭਾਲਣ ਲਈ, ਅੰਤਰਰਾਸ਼ਟਰੀ ਸੰਬੰਧਾਂ ਨੂੰ ਵਧੀਆ ਬਣਾਉਣ ਲਈ। ਅਤੇ ਇੱਥੇ ਜਿਹੜੀ ਹੈ ਭਾਸ਼ਾ ਦੀ ਜ਼ਰੂਰਤ ਹੈ। ਅਤੇ ਇਹ ਸਮਝਿਆ ਜੀ ਭਾਸ਼ਾ ਦੀ ਆਪਾਂ ਜ਼ਰੂਰਤ ਅਤੇ ਲੋੜ ਕੀ ਹੈ, ਅਤੇ ਉਸਦੇ ਜਿਹੜੇ ਸ਼ੋਰਟ ਪੁਆਇੰਟਸ ਹੈ ਮੈਂ ਤੁਹਾਨੂੰ ਨਿਕਾਲ ਕੇ ਦੇ ਦਿੱਤੇ ਆ। ਇਸ ਨਾਲ ਤੁਹਾਡੇ ਜਿਹੜੇ ਰਿਵੀਜ਼ਨ ਹੈ ਉਹ ਐਗਜ਼ਾਮ ਟਾਈਮ ਬਹੁਤ ਜਲਦੀ ਹੋ ਜਾਏਗੀ। ਅਤੇ ਆਈ ਹੋਪ ਤੁਹਾਨੂੰ ਭਾਸ਼ਾ ਦੀ ਲੋੜ ਕਿਉਂ ਹੈ, ਕਿਸ ਤਰ੍ਹਾਂ ਜ਼ਰੂਰਤ ਹੈ, ਇਸਦਾ ਆਪਾਂ ਲਿਖ ਸਕਦੇ ਹਾਂ ਮਹੱਤਵ ਵੀ ਲਿਖ ਸਕਦੇ ਹਾਂ। ਇਸਦਾ ਮਹੱਤਵ ਕਿਉਂ ਹੈ? ਮਹੱਤਵ ਮਤਲਬ ਇੰਪੋਰਟੈਂਸ। ਤਾਂ ਇਹਦੀ ਇੰਪੋਰਟੈਂਸ ਜਿਹੜੀ ਆ ਉਹ ਕਿਉਂ ਹੈ, ਤਾਂ ਉਹ ਵੀ ਜਿਹੜੀ ਹੈ ਇਹੀ ਪੁਆਇੰਟਸ ਜਿਹੜੇ ਉਹਦੇ ਆ ਜਾਣਗੇ ਕਿ ਇਸੇ ਚੀਜ਼ਾਂ ਕਰਕੇ ਭਾਸ਼ਾ ਦੀ ਜਿਹੜੀ ਇੰਪੋਰਟੈਂਸ ਹੈ ਉਹ ਹੈਗੀ ਹੈ।